ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਕੁਲਦੀਪ ਸਿੰਘ ਸਿੱਧੂ ਤੇ ਆਪਾਂ ਲਗਾਤਾਰ ਡਿਸਕਸ ਕਰ ਰਹੇ ਹਾਂ P+B ਦੇ ਜਿੰਨੇ ਵੀ ਪੇਪਰ ਹੋ ਰਹੇ ਆ ਪੰਜਾਬ ਦੇ ਵਿੱਚ, ਉਹਦੇ ਵਾਸਤੇ ਆਪਾਂ ਗ੍ਰੈਂਡ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਆਪਾਂ ICT ਐਂਡ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਇਹ ਹੈ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਚੈਪਟਰ 12, ਜਿਹਦੇ ਵਿੱਚ ਟੌਪਿਕ ਹੈ ਪ੍ਰਿੰਟਰ ਐਂਡ ਕੀਬੋਰਡਸ। ਠੀਕ ਹੈ, ਸੋ ਹਜੇ ਆਪਾਂ ਲੈਵਲ ਬੇਸਿਕ ਤੇ ਹੀ ਗੱਲ ਕਰ ਰਹੇ ਹਾਂ। ਇਸ ਤੋਂ ਬਾਅਦ ਆਪਾਂ ਜਿਹੜਾ ਲੈਵਲ 2 ਮੀਡੀਅਮ ਲੈਵਲ ਦਾ ਉਹ ਆਪਾਂ ਸਟਾਰਟ ਕਰਾਂਗੇ। ਠੀਕ ਹੈ, ਸੋ ਇਹਦੇ 11 ਚੈਪਟਰ ਮੈਂ ਆਲਰੇਡੀ ਉਹਦੀਆਂ ਵੀਡੀਓ ਅਪਲੋਡ ਕਰ ਚੁੱਕਿਆ ਤੇ ਹੋਪਫੁਲੀ ਤੁਸੀਂ ਦੇਖ ਵੀ ਰਹੇ ਹੋ। ਤੁਹਾਡੇ ਬਹੁਤ ਸਾਰੇ ਮੈਸੇਜ ਆਏ ਬੱਚਿਆਂ ਦੇ ਕਿ ਹੁਣ ਅਪਡੇਟ ਨਹੀਂ ਹੋ ਰਹੀ ਇਹ ਪਲੇਲਿਸਟ, ਹੈ ਨਾ। ਸੋ ਮੇਰਾ ਥੋੜਾ ਗਲਾ ਖਰਾਬ ਸੀ, ਉਸ ਕਰਕੇ ਮੈਂ ਅਪਡੇਟ ਨਹੀਂ ਕਰ ਪਾਇਆ। ਸੋ ਹੁਣ ਪੇਪਰ ਵੀ ਨੇੜੇ ਹੈ ਤੇ ਚਲੋ ਆਪਾਂ ਦੇਖਦੇ ਹਾਂ। ਸੋ ਇਸ ਚੈਪਟਰ ਦੇ ਵਿੱਚ ਆਪਾਂ ਕੁਐਸਚਨ ਜਿਹੜੇ ਡਿਸਕਸ ਕਰਾਂਗੇ ਉਹ ਸਾਰੇ ਪ੍ਰਿੰਟਰ ਤੇ ਕੀਬੋਰਡ ਦੇ ਨਾਲ ਰਿਲੇਟ ਕਰਦੇ ਨੇ। ਸੋ ਇਹਦੇ ਵਿੱਚੋਂ ਬੜੇ ਸੌਖੇ ਕੁਐਸਚਨ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ। ਇੱਕ ਕੁਐਸਚਨ ਆਉਂਦਾ ਹੀ ਆਉਂਦਾ ਪੱਕਾ, ਹੈ ਨਾ। ਸੋ ਤੁਸੀਂ ਇਹਨੂੰ ਧਿਆਨ ਨਾ ਕਰੋ ਸਾਰੇ ਕੁਐਸਚਨ ਨੂੰ, ਹੋ ਹੀ ਨਹੀਂ ਸਕਦਾ ਤੁਹਾਡਾ ਕੁਐਸਚਨ ਫਸ ਜੇ, ਹੈ ਨਾ। ਸੋ ਮੇਨ ਇਹਦੇ ਵਿੱਚ ਕੀ ਹੁੰਦਾ, ਦੇਖੋ ਕੰਪਿਊਟਰ ਹੁੰਦਾ, ਕੰਪਿਊਟਰ ਦੇ ਵਿੱਚ ਜਿਹੜੀ ਆਪਣੇ ਕੋਲੇ ਆਊਟਪੁੱਟ ਹੁੰਦੀ ਹੈ ਸੌਫਟ ਕਾਪੀ ਫਾਰਮ ਦੇ ਵਿੱਚ ਹੁੰਦੀ ਹੈ, ਤੇ ਇਸ ਨੂੰ ਆਪਾਂ ਵਰਡ ਫਾਈਲ ਕਹਿ ਸਕਦੇ ਹਾਂ, ਹੈ ਨਾ। ਇਹ ਹੈਗੀ ਹੈ ਸੌਫਟ ਕਾਪੀ ਆਊਟਪੁੱਟ। ਤੇ ਜਿਹੜੇ ਜਿਵੇਂ ਬੁੱਕਸ ਨੇ ਜਾਂ ਨੋਟਸ ਨੇ, ਇਹ ਹੁੰਦੀ ਆ ਆਪਣੇ ਕੋਲੇ ਹਾਰਡ ਕਾਪੀ ਫਾਰਮ ਦੇ ਵਿੱਚ ਆਊਟਪੁੱਟ ਹੋਗੀ। ਤਾਂ ਫਿਰ ਆਪਾਂ ਨੂੰ ਇਹ ਪੁੱਛ ਲਿਆ ਜਾਂਦਾ, ਕਹਿੰਦਾ ਹਾਰਡ ਕਾਪੀ ਤੋਂ ਸੌਫਟ ਕਾਪੀ ਦੇ ਵਿੱਚ ਕਨਵਰਟ ਕਰਨ ਲਈ ਕਿਹੜਾ ਡਿਵਾਈਸ ਵਰਤਿਆ ਜਾਂਦਾ ਹੈ, ਜਾਂ ਸੌਫਟ ਕਾਪੀ ਤੋਂ ਹਾਰਡ ਕਾਪੀ ਦੇ ਵਿੱਚ। ਇਹ ਕੁਐਸਚਨ ਪੁੱਛਿਆ ਗਿਆ ਕਈ ਵਾਰੀ। ਜਿਵੇਂ ਆਪਾਂ ਗੱਲ ਕਰੀਏ ਹਾਰਡ ਕਾਪੀ ਟੂ ਸੌਫਟ ਕਾਪੀ ਕਨਵਰਜਨ ਦੇ ਲਈ ਆਪਾਂ ਸਕੈਨਰ ਵਰਤਦੇ ਹਾਂ। ਠੀਕ ਹੈ, ਇਹ ਸਕੈਨਰ ਹੁੰਦਾ। ਤੇ ਇਹਦਾ ਇੱਕ ਇਹ ਕੁਐਸਚਨ ਵੀ ਪੁੱਛਿਆ ਗਿਆ ਵੀ ਇਹਦਾ ਫਲੈਟ ਬੈੱਡ ਡਿਵਾਈਸ ਹੈ। ਠੀਕ ਹੈ, ਇਹ ਵੀ ਪੁੱਛਿਆ ਜਾ ਸਕਦਾ ਇਨਪੁਟ ਡਿਵਾਈਸ ਹੈ ਕਿ ਆਊਟਪੁੱਟ ਡਿਵਾਈਸ ਹੈ। ਤਾਂ ਇਹ ਇਨਪੁਟ ਡਿਵਾਈਸ ਹੈ, ਫਲੈਟ ਬੈੱਡ। ਆ ਜਿਹੜਾ ਬੈੱਡ ਹੁੰਦਾ ਇਹਦਾ ਫਲੈਟ ਹੁੰਦਾ, ਇਹ ਵੀ ਇੱਕ ਵਾਰੀ ਪੁੱਛੀ ਗਈ ਇਹ ਗੱਲ। ਤੇ ਨੈਕਸਟ ਹੈਗਾ ਸੌਫਟ ਕਾਪੀ ਟੂ ਹਾਰਡ ਕਾਪੀ। ਸੌਫਟ ਕਾਪੀ ਨੂੰ ਹਾਰਡ ਕਾਪੀ ਦੇ ਵਿੱਚ ਕਰਨਾ ਤਾਂ ਪ੍ਰਿੰਟਰ ਵਰਤਿਆ ਜਾਂਦਾ, ਆਪਾਂ ਨੂੰ ਪਤਾ ਹੈ ਨਾ, ਇਹ ਪ੍ਰਿੰਟਰ ਹੁੰਦਾ। ਸੋ ਇੱਕ OCR ਤੇ ਸਕੈਨਰ ਵੀ ਹੁੰਦੇ ਨੇ। ਸਕੈਨਰ ਅਤੇ OCR ਦੇ ਵਿੱਚ ਕੀ ਫਰਕ ਹੈ ਮੈਂ ਦੱਸ ਦਿੰਦਾ। ਸਕੈਨਰ ਦੇ ਵਿੱਚ ਆਪਾਂ ਕੁਝ ਵੀ ਸਕੈਨ ਕਰਦੇ ਹਾਂ ਉਹ ਇੱਕ ਫੋਟੋ ਬਣਾ ਦਿੰਦਾ, ਤਾਂ ਉਹਨੂੰ ਆਪਾਂ ਐਡਿਟ ਨਹੀਂ ਕਰ ਸਕਦੇ। ਕੈਨ ਨਾਟ ਐਡਿਟ ਦੀ ਟੈਕਸਟ। ਜਿਵੇਂ ਆਪਾਂ ਆਪਣੇ ਸਿਗਨੇਚਰ ਨੇ, ਮੈਂ ਮੰਨ ਲਓ ਆਪਣੇ ਇੱਥੇ ਸਾਈਨ ਕੀਤੇ ਕੁਲਦੀਪ ਸਿੰਘ, ਹੈ ਨਾ। ਜੇ ਇਹਨੂੰ ਆਪਾਂ ਸਕੈਨਰ ਦੀ ਹੈਲਪ ਦੇ ਨਾਲ ਸਕੈਨ ਕਰਾਂਗੇ ਤਾਂ ਇੱਕ ਫੋਟੋ ਬਣ ਜੂਗੀ। ਤੇ ਬਟ ਮੈਂ ਚਾਹੁੰਦਾ ਕਿ ਯਾਰ ਮੈਂ DEEP ਗਲਤ ਪਾਤਾ, ਮੈਂ DIP ਪਾਉਣਾ ਸੀ, ਚੇਂਜ ਕਰਨਾ, ਐਡਿਟ ਕਰਨਾ, ਤੇ ਫਿਰ ਆਪਾਂ OCR ਵਰਤਾਂਗੇ, ਆਪਟੀਕਲ ਕਰੈਕਟਰ ਰੀਡਰ ਜਾਂ ਰਿਕੋਗਨੀਸ਼ਨ ਜਾਂ ਰਿਕੋਗਨਾਈਜ਼ਰ। ਇਹਦੇ ਵਿੱਚ ਅਸੀਂ ਐਡਿਟ ਕਰ ਸਕਦੇ ਹਾਂ। ਇਹੀ ਫਰਕ ਆ ਦੋਨਾਂ ਦੇ ਵਿੱਚ। ਤਾਂ ਜਿਵੇਂ OCR ਗੂਗਲ ਲੈਂਸ ਇੱਕ OCR ਹੈ, ਠੀਕ ਹੈ, ਯਾਦ ਰੱਖਣਾ, ਇਹ ਵੀ ਪੁੱਛਿਆ ਜਾ ਸਕਦਾ। ਆਪਟੀਕਲ ਕਰੈਕਟਰ ਰਿਕੋਗਨੀਸ਼ਨ ਇਹ OCR ਹੁੰਦਾ। ਇਹ ਇਸ ਤਰ੍ਹਾਂ ਦਾ ਹੋ ਸਕਦਾ, ਸੇਮ ਇਸੇ ਤਰ੍ਹਾਂ ਦਾ ਵੀ ਹੋ ਸਕਦਾ, ਸੌਫਟਵੇਅਰ ਵੀ ਹੋ ਸਕਦਾ, ਹਾਰਡਵੇਅਰ ਵੀ ਹੋ ਸਕਦਾ। ਅਗਲਾ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ, ਰੈਜ਼ੋਲਿਊਸ਼ਨ ਕੀ ਹੈ, ਪ੍ਰਿੰਟਰ ਦੀ ਰੈਜ਼ੋਲਿਊਸ਼ਨ ਕਿਵੇਂ ਮੈਜ਼ਰ ਕਰਦੇ ਹਾਂ, ਪ੍ਰਿੰਟਰ ਦੀ ਸਪੀਡ ਕਿਵੇਂ ਮੈਜ਼ਰ ਕਰਦੇ ਹਾਂ। ਠੀਕ ਹੈ, ਰੈਜ਼ੋਲਿਊਸ਼ਨ ਆਫ ਪ੍ਰਿੰਟਰ ਹੈ ਜਿਹੜੀ ਡਾਟਸ ਦੇ ਵਿੱਚ ਮੈਜ਼ਰ ਕਰਦੇ ਹਾਂ, DPI ਕਿਹਾ ਜਾਂਦਾ, ਡਾਟਸ ਪਰ ਇੰਚ। ਤੇ ਰੈਜ਼ੋਲਿਊਸ਼ਨ ਆਫ ਕੰਪਿਊਟਰ ਪੁੱਛ ਲੇ, ਇਮੇਜ ਦੀ ਪੁੱਛ ਲੇ, ਵੀਡੀਓ ਦੀ ਪੁੱਛ ਲੇ, ਪਹਿਲਾਂ ਵੀ ਮੈਂ ਬਹੁਤ ਵਾਰੀ ਦੱਸਿਆ, ਇਹ ਪਿਕਸਲ ਦੇ ਵਿੱਚ ਮੈਜ਼ਰ ਕੀਤੀ ਜਾਂਦੀ ਹੈ, PPI ਪਿਕਸਲ ਪਰ ਇੰਚਸ। ਤੇ ਜੇ ਸਪੀਡ ਪੁੱਛ ਲੇ ਪ੍ਰਿੰਟਰ ਦੀ, ਇਹ ਤਿੰਨ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ, ਕਿਉਂਕਿ ਪ੍ਰਿੰਟਰ ਤਿੰਨ ਤਰ੍ਹਾਂ ਦੇ ਹੁੰਦੇ ਨੇ, ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ ਤੇ ਪੇਜ ਪ੍ਰਿੰਟਰ। ਜਿਹੜਾ ਕਰੈਕਟਰ ਪ੍ਰਿੰਟਰ ਹੋਊਗਾ ਉਹਦੀ ਸਪੀਡ ਕਰੈਕਟਰ ਪਰ ਮਿੰਟ, ਲਾਈਨ ਪ੍ਰਿੰਟਰ ਦੀ ਸਪੀਡ ਲਾਈਨ ਪਰ ਮਿੰਟ, ਪੇਜ ਪ੍ਰਿੰਟਰ ਦੀ ਸਪੀਡ ਜਿਹੜੀ ਹੋ ਜੂਗੀ ਪੇਜ ਪਰ ਮਿੰਟ। ਠੀਕ ਹੈ, ਯਾਦ ਰੱਖਣਾ। ਤੇ ਪਿੱਛੇ ਜੇ ਟੈਕਨੀਕਲ ਦਾ ਪੇਪਰ ਹੋਇਆ ਸੀ, ਮੈਂ ਕਰਾਇਆ ਵੀ ਹੋਇਆ ਉਹ ਕਲਰਕ ਦਾ, IT ਕਲਰਕ IT ਦਾ, ਉੱਥੇ ਉਹਨੇ PPS ਪਾਤੀ ਸੀ, ਤਾਂ PPM ਤਾਂ ਹੈ ਨਹੀਂ ਸੀ, ਪੇਜਸ ਪਰ ਸੈਕਿੰਡ, ਤਾਂ ਫਿਰ ਅਸੀਂ ਉਹ ਲਾ ਸਕਦੇ ਹਾਂ, ਥੋੜਾ ਬਹੁਤ ਜਾਣ ਕੇ ਆਸੇ ਪਾਸੇ ਪਾ ਦਿੰਦਾ, ਹੈ ਨਾ। ਸੋ ਇਸ ਤੋਂ ਬਾਅਦ ਹੈ ਟਾਈਪਸ ਆਫ ਪ੍ਰਿੰਟਰ। ਇਹਦੇ ਤੇ ਕੁਐਸਚਨ ਪੁੱਛਿਆ ਜਾਊਗਾ ਆਪਣੇ ਤੋਂ। ਦੋ ਤਰ੍ਹਾਂ ਦੇ ਹੁੰਦੇ ਨੇ ਬੇਸਿਕਲੀ ਪ੍ਰਿੰਟਰ, ਇੰਪੈਕਟ ਪ੍ਰਿੰਟਰ ਤੇ ਨੌਨ ਇੰਪੈਕਟ, ਜਿਹੜੇ ਜ਼ਿਆਦਾ ਪੁੱਛੇ ਜਾਂਦੇ ਨੇ। ਇੰਪੈਕਟ ਪ੍ਰਿੰਟਰ ਉਹ ਹੁੰਦੇ ਨੇ ਜਿਹਦੇ ਵਿੱਚ ਜਿਹੜਾ ਪ੍ਰਿੰਟਿੰਗ ਮੈਕੈਨਿਜ਼ਮ ਹੁੰਦਾ ਉਹ ਡਾਇਰੈਕਟ ਟੱਚ ਕਰਦਾ ਕਿਹਦੇ ਨਾਲ, ਪੇਪਰ ਦੇ ਨਾਲ। ਇੱਕ ਆਪਾਂ ਪੇਪਰ ਪ੍ਰਿੰਟ ਕਰਨਾ, ਹੈ ਨਾ, ਤੇ ਜਿਹੜਾ ਪ੍ਰਿੰਟਿੰਗ ਮੈਕੈਨਿਜ਼ਮ ਹੋਊਗਾ ਜਾਂ ਪ੍ਰਿੰਟ ਹੈਡ ਹੋਊਗਾ ਉਹ ਡਾਇਰੈਕਟ ਕੰਟੈਕਟ ਦੇ ਵਿੱਚ ਹੋਊਗਾ ਪੇਪਰ ਦੇ, ਤਾਂ ਉਹਨੂੰ ਬੋਲ ਦਾਂਗੇ ਇੰਪੈਕਟ ਪ੍ਰਿੰਟਰ। ਤੇ ਦੂਸਰੀ ਸਾਈਡ ਜਿਹੜਾ ਨੋ ਫਿਜ਼ੀਕਲ ਕੰਟੈਕਟ ਵਿਦ ਪੇਪਰ, ਜਿਹੜਾ ਪ੍ਰਿੰਟਿੰਗ ਮੈਕੈਨਿਜ਼ਮ ਹੁੰਦਾ ਹੈ ਨੌਨ ਇੰਪੈਕਟ ਪ੍ਰਿੰਟਰ ਦੇ ਵਿੱਚ, ਉਹਦਾ ਡਾਇਰੈਕਟ ਕੰਟੈਕਟ ਨਹੀਂ ਹੁੰਦਾ। ਠੀਕ ਹੈ, ਯਾਦ ਰੱਖਣੀ ਹੈ ਇਹ ਗੱਲ।
ਤਾਂ ਇੰਪੈਕਟ ਪ੍ਰਿੰਟਰ ਦੇ ਵਿੱਚ ਆਪਾਂ ਮਲਟੀਪਲ ਕਾਰਬਨ ਕਾਪੀਜ਼ ਐਟ ਏ ਸੇਮ ਟਾਈਮ ਤੇ ਪ੍ਰਿੰਟ ਕਰ ਸਕਦੇ ਹਾਂ। ਇਹ ਕੁਐਸਚਨ ਪੁੱਛਿਆ ਡਾਇਰੈਕਟ ਉਹਨੇ, ਕਹਿੰਦਾ ਵਿਚ ਆਫ ਦੀ ਫੋਲੋਇੰਗ ਪ੍ਰਿੰਟਰ ਕੈਨ ਬੀ ਯੂਜ਼ ਟੂ ਪ੍ਰਿੰਟ ਦੀ ਮਲਟੀਪਲ ਕਾਰਬਨ ਕਾਪੀਜ਼ ਐਟ ਏ ਟਾਈਮ। ਤਾਂ ਉੱਥੇ ਆਨਸਰ ਫਿਰ ਹੋ ਜਾਊਗਾ ਇੰਪੈਕਟ ਪ੍ਰਿੰਟਰ। ਇਹ ਗੱਲ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਇੰਪੈਕਟ ਪ੍ਰਿੰਟਰ ਦੇ ਵਿੱਚ ਐਟ ਏ ਟਾਈਮ ਤੇ ਆਪਾਂ ਮਲਟੀਪਲ ਕਾਪੀਜ਼ ਕਰ ਸਕਦੇ ਹਾਂ। ਨੌਨ ਇੰਪੈਕਟ ਦੇ ਵਿੱਚ ਕੱਲਾ ਪੇਜ ਪ੍ਰਿੰਟ ਹੁੰਦਾ, ਠੀਕ ਹੈ। ਜਿਵੇਂ ਆਹ ਵਾਲਾ ਇੰਪੈਕਟ ਪ੍ਰਿੰਟਰ ਹੈ, ਆਹ ਪ੍ਰਿੰਟਿੰਗ ਹੈਡ ਹੈ, ਆਹ ਪੇਜ ਹੈ, ਡਾਇਰੈਕਟ ਕੰਟੈਕਟ ਨਹੀਂ ਹੋ ਰਿਹਾ ਹੈ ਨਾ, ਤਾਂ ਇਸ ਨੂੰ ਅਸੀਂ ਬੋਲ ਦਿੰਦੇ ਹੁੰਦੇ ਆ ਇੰਪੈਕਟ ਪ੍ਰਿੰਟਰ। ਤੇ ਨੌਨ ਇੰਪੈਕਟ ਦੇ ਵਿੱਚ ਕੀ ਹੁੰਦਾ, ਉਹ ਮੈਂ ਦੱਸ ਹੀ ਚੁੱਕਿਆ ਵੀ ਵਿਦਆਊਟ ਦੀ ਡਾਇਰੈਕਟ ਕੰਟੈਕਟ ਆਫ ਫਿਜ਼ੀਕਲ, ਹੈ ਨਾ। ਜਿਵੇਂ ਇਹ ਪ੍ਰਿੰਟਰ ਆਪਣੇ ਕੋਲੇ ਹੈਗੇ ਨੇ, ਆਹ ਡਰਮ ਹੁੰਦਾ ਇਹਦੇ ਵਿੱਚ ਘੁੰਮਦਾ ਹੈ ਨਾ, ਸੋ ਇਹ ਹੁੰਦੇ ਨੇ ਨੌਨ ਇੰਪੈਕਟ ਪ੍ਰਿੰਟਰ। ਤੇ ਫਿਰ ਟਾਈਪਸ ਆਫ ਪ੍ਰਿੰਟਰ ਬੇਸ ਔਨ ਦਾ ਬੇਸਿਸ ਆਫ, ਜਿਵੇਂ ਆਪਾਂ ਪਹਿਲਾਂ ਦੇਖੇ ਸੀ, ਕਰੈਕਟਰ ਪ੍ਰਿੰਟਰ, ਲਾਈਨ ਪ੍ਰਿੰਟਰ, ਪੇਜ ਪ੍ਰਿੰਟਰ। ਤੇ ਜਿਹੜਾ ਕਰੈਕਟਰ ਪ੍ਰਿੰਟਰ ਹੈ ਇਹਦੀਆਂ ਵੀ ਅੱਗੇ ਟਾਈਪਸ ਨੇਗੀਆਂ, ਡਾਟ ਮੈਟ੍ਰਿਕਸ, ਡੇਜ਼ੀ ਵੀਲ, ਥਰਮਲ, ਇੰਕਜੈਟ। ਤੇ ਇਹਦੀ ਸਪੀਡ ਮੈਜ਼ਰ ਕਰਦੇ ਆਪਾਂ ਆਲਰੇਡੀ ਦੇਖ ਚੁੱਕੇ ਆ, ਇਹ ਸੀਗੀ ਕਰੈਕਟਰ ਪਰ ਮਿੰਟ। ਸੋ ਉਵੇਂ ਲਾਈਨ ਪ੍ਰਿੰਟਰ ਦੇ ਵਿੱਚ ਡਰਮ ਤੇ ਚੇਨ, ਹੈ ਨਾ। ਤੇ ਪੇਜ ਪ੍ਰਿੰਟਰ ਦੇ ਵਿੱਚ ਲੇਜ਼ਰ ਪ੍ਰਿੰਟਰ ਤੇ ਮੈਗਨੈਟਿਕ ਪ੍ਰਿੰਟਰ। ਇਹਦੀ ਸਪੀਡ ਲਾਈਨ ਪਰ ਮਿੰਟਸ, ਪੇਜ ਪ੍ਰਿੰਟਰ ਦੀ ਸਪੀਡ ਪੇਜ ਪਰ ਮਿੰਟ। ਤਾਂ ਸਕਰੀਨਸ਼ਾਟ ਲੈ ਸਕਦੇ ਹੋ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਡੇ ਕੰਮ ਆਊਗਾ ਇਹ। ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ। ਇਸ ਤੋਂ ਬਾਅਦ ਆਪਾਂ ਕੁਐਸਚਨ ਕਰਾਂਗੇ ਨਾ, ਫਿਰ ਤੁਹਾਨੂੰ ਹੋਰ ਕਲੈਰਿਟੀ ਹੋ ਜਾਊਗੀ। ਤਾਂ ਇੰਪੈਕਟ ਤੇ ਨੌਨ ਇੰਪੈਕਟ ਦੀਆਂ ਕਲਾਸੀਫਿਕੇਸ਼ਨਾਂ ਵੀ ਆਪਾਂ ਦੇਖ ਲੈਂਦੇ ਆ। ਇੰਪੈਕਟ ਦੇ ਵਿੱਚ ਦੋ ਕਲਾਸੀਫਿਕੇਸ਼ਨਾਂ ਨੇ, ਤਿੰਨ ਸੌਰੀ, ਡੇਜ਼ੀ ਵੀਲ, ਲਾਈਨ ਪ੍ਰਿੰਟਰ ਤੇ ਡਾਟ ਮੈਟ੍ਰਿਕਸ। ਡੇਜ਼ੀ ਵੀਲ, ਲਾਈਨ ਤੇ ਡੇਜ਼ੀ ਵੀਲ, ਡਾਟ ਮੈਟ੍ਰਿਕਸ ਤੇ ਲਾਈਨ। ਉਵੇਂ ਹੀ ਨੌਨ ਇੰਪੈਕਟ ਦੀਆਂ ਵੀ ਤਿੰਨ ਨੇ, ਇੰਕਜੈਟ, ਲੇਜ਼ਰ ਪ੍ਰਿੰਟਰ ਤੇ ਥਰਮਲ ਪ੍ਰਿੰਟਰ, ਠੀਕ ਹੈ। ਤੇ ਲਾਈਨ ਪ੍ਰਿੰਟਰ ਦੀਆਂ ਫਰਦਰ ਦੋ ਕਲਾਸੀਫਿਕੇਸ਼ਨਾਂ ਨੇ, ਡਰਮ ਪ੍ਰਿੰਟਰ ਤੇ ਚੇਨ ਪ੍ਰਿੰਟਰ। ਇਹਨੂੰ ਆਪਾਂ ਯਾਦ ਕਰਨ ਦਾ ਤੁਹਾਨੂੰ ਮੈਂ ਤਰੀਕਾ ਦੱਸ ਦਿੰਦਾ। ਜਿਵੇਂ I D D L D C, ਦੇਖੋ ਇੱਧਰਲੇ ਨੂੰ ਆਪਾਂ ਯਾਦ ਕਰਾਂਗੇ ਨੌਨ ਇੰਪੈਕਟ ਤੇ I L T। ਦੇਖੋ ਆਹ I ਦਾ ਮੀਨਿੰਗ ਹੈਗਾ ਇੰਪੈਕਟ ਪ੍ਰਿੰਟਰ, D ਤੇ ਹੈਗਾ ਡੇਜ਼ੀ ਵੀਲ, D ਤੇ ਡਾਟ ਮੈਟ੍ਰਿਕਸ, L ਤੇ ਲਾਈਨ ਪ੍ਰਿੰਟਰ, D ਤੇ ਡਰਮ ਪ੍ਰਿੰਟਰ, C ਤੇ ਚੇਨ ਪ੍ਰਿੰਟਰ। ਸਿਮਿਲਰਲੀ ਨੌਨ ਇੰਪੈਕਟ ਦੇ ਵਿੱਚ I ਹੋ ਗਿਆ ਇੰਕਜੈਟ ਤੇ L ਹੋ ਗਿਆ ਲੇਜ਼ਰ, T ਹੋ ਗਿਆ ਥਰਮਲ। ਜਿਵੇਂ ਆਪਾਂ ਅਕਸਰ ਹੀ ਗੱਲਾਂ ਕਰਦੇ ਹੁੰਦੇ ਆ, ਇਹਨੂੰ ਨਾ ਕਿਸੇ ਚੀਜ਼ ਦੇ ਨਾਲ ਜੋੜ ਕੇ ਯਾਦ ਕੀਤਾ ਜਾ ਸਕਦਾ, ਕਿਉਂਕਿ ਇਹ ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਇਹਦੇ 'ਚ ਕੁਐਸਚਨ ਪੁੱਛਿਆ ਜਾਂਦਾ ਤੇ ਇੰਨੀਆਂ ਚੀਜ਼ਾਂ ਸਾਨੂੰ ਯਾਦ ਨਹੀਂ ਰਹਿੰਦੀਆਂ, ਹੈ ਨਾ। ਤਾਂ ਇਹਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਵੀ ਜਿਵੇਂ ਆਪਾਂ ਮੋਸਟਲੀ ਕਿਸੇ ਕਾਲਜ ਯੂਨੀਵਰਸਿਟੀ ਦੀ ਆਪਾਂ ਗੱਲ ਕਰਦੇ ਹਾਂ ਨਾ, ਮੋਸਟਲੀ ਆਪਾਂ ਉੱਥੇ ਦੇਖਦੇ ਹਾਂ ਵੀ ਜਦੋਂ ਬੰਦਾ ਨਵਾਂ ਕਾਲਜ ਆਉਂਦਾ ਹੈ ਤੇ ਥੋੜ੍ਹਾ ਜਿਹਾ ਬੰਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ, ਹੈ ਨਾ। ਵੀ ਮਤਲਬ ਕੁੜੀਆਂ 'ਤੇ ਕਹਿ ਲਓ, ਮੁੰਡਾ ਕੁੜੀਆਂ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਜਾਂ ਕੁੜੀਆਂ ਮੁੰਡਿਆਂ 'ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਇੰਪੈਕਟ, ਉਹਨੂੰ ਆਪਾਂ ਯਾਦ ਕਰਾਂਗੇ, ਠੀਕ ਹੈ। ਤਾਂ ਚਲੋ ਇੱਕ ਬੰਦਾ ਹੈ ਵਾ, ਰਫਲੀ ਤੁਸੀਂ ਅਜ਼ਿਊਮ ਕਰ ਲਿਓ ਤੁਹਾਡਾ ਕੋਈ ਦੋਸਤ ਹੈ ਜਾਂ ਕੋਈ ਵੀ ਆ। ਤਾਂ ਇੰਪੈਕਟ ਪ੍ਰਭਾਵ ਕਿਵੇਂ ਪਾ ਰਿਹਾ ਉਹ ਬੰਦਾ ਕਹਿੰਦਾ ਵੀ ਕੁੜੀ ਨੂੰ ਜਾ ਕੇ ਪੁੱਛਦਾ, ਕਹਿੰਦਾ ਦੇਖ ਲਾ 2 ਲੈ ਦੂੰ ਦੁਕਾਨ ਤੋਂ ਚੇਨਾ, ਠੀਕ ਹੈ ਵੀ ਮੰਨ ਜਾ। ਮਤਲਬ ਉਹਨੂੰ ਥੋੜ੍ਹਾ ਬਹੁਤ ਪ੍ਰਭਾਵ ਜਿਹਾ ਪਾ ਰਿਹਾ ਵੀ ਮੈਂ ਤੈਨੂੰ ਚੇਨਾ ਲੈ ਕੇ ਦੇ ਦੂੰਗਾ, ਠੀਕ ਹੈ। ਚੇਨ ਤੋਂ ਤਾਂ C ਹੈ, C ਚੇਨ ਪ੍ਰਿੰਟਰ ਆਪਣਾ ਯਾਦ ਰੱਖਣਾ। ਕਹਿੰਦਾ ਵੀ ਦੇਖ ਲਾ, ਮਾੜੀ ਮੋਟੀ ਬਣਦੀ ਹੈ ਗੱਲ, ਤਾਂ ਦੇਖ ਲਾ 2 ਲੈ ਦੂੰ, ਠੀਕ ਹੈ, ਦੁਕਾਨ ਤੋਂ ਚੇਨ, ਠੀਕ ਹੈ। ਤਾਂ ਆਪਾਂ ਯਾਦ ਰਹਿ ਜਾਊਗਾ ਆਪਣੇ। ਜਦੋਂ ਹੀ ਪ੍ਰਭਾਵ ਕਿਵੇਂ ਪਊਗਾ ਪਾਸੇ ਕਰਕੇ ਦੇਖ ਲਿਓ, ਦੇਖ ਲਾ 2 ਲੈ ਦੂੰ ਦੁਕਾਨ ਤੋਂ ਚੇਨ। ਤਾਂ D ਤੇ ਹੋ ਗਿਆ ਡੇਜ਼ੀ ਵੀਲ, D ਤੇ ਡਾਟ ਮੈਟ੍ਰਿਕਸ, L ਤੇ ਲਾਈਨ, D ਤੇ ਡਰਮ, C ਤੇ ਚੇਨ। ਕੋਈ ਜ਼ਰੂਰੀ ਨਹੀਂ ਇਹੀ ਯਾਦ ਕਰਨਾ, ਹੋ ਸਕਦਾ ਤੁਹਾਡਾ ਇਦੋਂ ਵੀ ਜ਼ਿਆਦਾ ਵਧੀਆ ਬਣ ਜੇ, ਤਾਂ ਤੁਸੀਂ ਕਮੈਂਟ ਕਰਕੇ ਦੱਸਿਓ, ਕਿਉਂਕਿ ਆਪਾਂ ਤਾਂ ਯਾਦ ਕਰਨਾ, ਮੇਨ ਮੋਟਿਵ ਆਪਣਾ ਯਾਦ ਕਰਨਾ ਹੀ ਹੈ। ਨੌਨ ਇੰਪੈਕਟ ਦੇ ਵਿੱਚ ਬੰਦਾ ਕੋਈ ਪ੍ਰਭਾਵ ਨਹੀਂ ਪਾਉਂਦਾ, ਕੋਈ ਚੇਨਾਂ ਨਹੀਂ ਲੈ ਕੇ ਦਿੰਦਾ, ਕੋਈ ਦੁਕਾਨਾਂ 'ਤੇ ਨਹੀਂ ਆਉਂਦਾ। ਇੱਧਰ ਦਾ ਬੰਦਾ ਸਿੱਧਾ ਬੋਲਦਾ, ਕਹਿੰਦਾ ਆਈ ਲਵ ਯੂ ਟਰੱਕ ਭਰ ਕੇ, ਤੇ ਕਹਿੰਦਾ ਤੇਰਾ ਜੀ ਹੈਗਾ ਤਾਂ ਹਾਂ ਕਰਦੇ, ਨਹੀਂ ਕਹਿੰਦਾ ਕੋਈ ਚੱਕਰ ਨਹੀਂ, ਠੀਕ ਹੈ। ਦੂਰੋਂ ਹੀ ਮਤਲਬ ਬੰਦੇ ਨੇ ਪੁੱਛਿਆ, ਤਾਂ ਇਹ ਨੌਨ ਇੰਪੈਕਟ ਹੈ। ਯਾਦ ਰਹਿ ਜੂਗੀ ਨਾ ਗੱਲ। I ਤੇ ਹੈਗਾ ਇੰਕਜੈਟ, L ਤੇ ਹੈਗਾ ਲੇਜ਼ਰ, T ਤੇ ਹੈਗਾ ਥਰਮਲ। ਤੇ ਲੇਜ਼ਰ ਹੈ ਨਾ ਜਿਹੜਾ, ਇਹ ਸਭ ਤੋਂ ਫਾਸਟੈਸਟ ਪ੍ਰਿੰਟਰ ਹੈ। ਇਹ ਕੁਐਸਚਨ ਵੀ ਪੁੱਛਿਆ ਜਾਂਦਾ, ਬਹੁਤ ਵਾਰੀ ਪੁੱਛਿਆ ਹੈ।
ਕਹਿੰਦਾ ਫਾਸਟੈਸਟ ਪ੍ਰਿੰਟਰ ਕਿਹੜਾ? ਤਾਂ ਲੇਜ਼ਰ। ਤਾਂ ਤੁਸੀਂ ਇਹ ਯਾਦ ਰੱਖ ਲਿਓ ਵੀ ਜਿਹੜਾ ਲੇਜ਼ਰ ਹੈ ਫਾਸਟ, ਇੱਕ ਵਾਰੀ ਕਹਿਤਾ ਕਹਿੰਦਾ ਆਈ ਲਵ ਯੂ ਟਰੱਕ ਭਰ ਕੇ, ਮੰਨਣਾ ਤੇਰੀ ਮਰਜ਼ੀ ਨਹੀਂ, ਕਹਿੰਦਾ ਬਸ ਅੱਗੇ ਦੇਖ ਲੈਂਦੇ, ਅੱਗੇ ਟਰਾਈ ਕਰ ਲੈਂਦੇ, ਠੀਕ ਹੈ। ਸੋ ਇਹ ਫਾਸਟੈਸਟ ਪ੍ਰਿੰਟਰ ਹੈ। ਦੋਨੇ ਕੋਡ ਆਪਾਂ ਯਾਦ ਰੱਖਣੇ ਨੇ, ਇਹਦੇ ਬੇਸਿਸ ਤੇ ਹੀ ਆਪਣੇ ਕੁਐਸਚਨ ਸੋਲਵ ਹੋਣਗੇ। ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਐਂ ਹੀ ਲੈ ਲਓ, ਨਹੀਂ ਤਾਂ ਮੈਨੂੰ ਹਟਾ ਵੀ ਦੇਣਾ, ਠੀਕ ਹੈ। ਸੋ ਇਹ ਹੈਗਾ 3D ਪ੍ਰਿੰਟਿੰਗ। 3D ਪ੍ਰਿੰਟਿੰਗ ਕੀ ਹੁੰਦਾ? ਇਹ 3D ਆਪਾਂ ਕੋਈ ਵੀ ਕਹਿ ਲਓ ਵੀ ਮੂਰਤੀਆਂ ਵਗੈਰਾ ਜਾਂ ਕੋਈ ਬੱਚਿਆਂ ਦੇ ਖਿਡੌਣੇ ਵਗੈਰਾ ਪ੍ਰਿੰਟ ਕਰਦੇ ਆ, ਉਹ 3D ਪ੍ਰਿੰਟਿੰਗ ਹੁੰਦੀ ਹੈ, ਹੈ ਨਾ। ਤਾਂ 3D ਪ੍ਰਿੰਟਿੰਗ ਦੇ ਵਿੱਚੋਂ ਜ਼ਿਆਦਾ ਨਹੀਂ ਪੁੱਛਿਆ ਹਜੇ ਤੱਕ, ਉਹ ਸਿਰਫ ਇਸ ਟੈਕਨੋਲੋਜੀ ਦੀਆਂ ਸਾਰੀਆਂ ਐਬਰੀਵੇਸ਼ਨਾਂ ਪੁੱਛ ਰਿਹਾ ਹੈ। SLA ਸਟੀਰੀਓਲਿਥੋਗ੍ਰਾਫਿਕ, SLS ਸਿਲੈਕਟਿਵ ਲੇਜ਼ਰ ਸਿੰਟਰਿੰਗ, FDM ਫਿਊਜ਼ਡ ਡੈਪੋਜੀਸ਼ਨ ਮਾਡਲਿੰਗ, ਤੇ ਇਹ 3 ਐਬਰੀਵੇਸ਼ਨਾਂ ਹੀ ਬਹੁਤ ਜ਼ਿਆਦਾ ਪੁੱਛੀਆਂ ਗਈਆਂ, ਠੀਕ ਹੈ। ਪਹਿਲੀਆਂ 3 ਉਹਨੇ ਬਹੁਤ ਜ਼ਿਆਦਾ ਪੁੱਛੀਆਂ ਨੇ, ਤਾਂ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਰੱਖ ਲਿਓ, ਠੀਕ ਹੈ। ਅਗਲੀਆਂ ਵੀ ਯਾਦ ਕਰਨੀਆਂ ਨੇ, ਪਰ ਇਹ ਪੁੱਛੀਆਂ 3 ਜ਼ਿਆਦਾ ਨੇ। ਡਿਜੀਟਲ ਲਾਈਟ ਪ੍ਰੋਸੈਸ, MJF ਹੁੰਦਾ ਹੈ, ਮਲਟੀ ਜੈਟ ਫਿਊਜ਼ਨ, ਹੈ ਨਾ, ਪੋਲੀਜੈਟ, ਇਹੀ ਪੁੱਛੀਆਂ ਨੇ। ਹਜੇ ਤੱਕ ਜ਼ਿਆਦਾ ਡਿਟੇਲ 'ਚ ਉਹਨੇ ਪੁੱਛਿਆ ਨਹੀਂ, ਤਾਂ ਆਪਾਂ ਜ਼ਿਆਦਾ ਨਹੀਂ ਕਰਾਂਗੇ। ਜਿਵੇਂ ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ, ਕਹਿੰਦਾ ਵਾਟ ਇਜ਼ ਦੀ ਫੁੱਲ ਫਾਰਮ ਆਫ STL ਇਨ 3D ਪ੍ਰਿੰਟਿੰਗ ਟੈਕਨੋਲੋਜੀ। ਦੇਖੋ ਇੰਟੈਲੀਜੈਂਸ ਕਾਂਸਟੇਬਲ ਦਾ ਕੁਐਸਚਨ ਹੈ 2021 ਦਾ, ਆਪਾਂ ਹੁਣੀ ਦੇਖਿਆ ਵੀ ਸਟੀਰੀਓਲਿਥੋਗ੍ਰਾਫਿਕ ਹੁੰਦਾ ਹੈ ਨਾ, ਤਾਂ ਇਹ ਆਨਸਰ ਹੈ। ਬੜਾ ਸੌਖਾ ਨਾ ਕੰਮ। ਅਗਲਾ FDM ਪੁੱਛ ਲਿਆ, FDM ਵੀ ਆਪਾਂ ਹੁਣੀ ਪੜਿਆ, ਫਿਊਜ਼ ਡੈਪੋਜੀਸ਼ਨ ਮਾਡਲਿੰਗ, ਤਾਂ C ਆਨਸਰ ਹੈ ਫਿਊਜ਼। ਇੱਥੇ ਸ਼ਾਇਦ ਗਲਤ ਪਾਇਆ ਹੋਇਆ, ਥੋੜੀ ਜਿਹੀ ਟਾਈਪਿੰਗ ਮਿਸਟੇਕ ਹੈ, ਡੈਪੋਜੀਸ਼ਨ ਹੈ, ਇੱਥੋਂ ਯਾਦ ਰੱਖਿਓ, ਡੈਪੋਜੀਸ਼ਨ, ਫਿਊਜ਼ ਡੈਪੋਜੀਸ਼ਨ ਮਾਡਲਿੰਗ, ਠੀਕ ਹੈ, ਤਾਂ ਇਹ ਆਨਸਰ ਹੈ। ਅਗਲਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਏ 3D ਪ੍ਰਿੰਟਿੰਗ ਟੈਕਨੋਲੋਜੀ। ਦੇਖੋ ਇਹਦੇ ਵਿੱਚੋਂ ਆਹ ਟੈਕਨੋਲੋਜੀ ਦੇ ਵਿੱਚੋਂ ਹੀ ਪੁੱਛ ਲਿਆ ਕਿਹੜੀ ਹੈ ਨਹੀਂ, ਕਹਿੰਦਾ ਡਿਜੀਟਲ ਸਟੀਰੀਓਲਿਥੋਗ੍ਰਾਫਿਕ ਤਾਂ ਹੈ, FDM ਵੀ ਹੈ, SLS ਵੀ ਹੈਗਾ। ਆ ਦੇਖੋ SLS ਹੈਗਾ ਨਾ, SLS ਹੈਗਾ, ਤੇ ਪਹਿਲੇ ਵਾਲਾ ਨਹੀਂ ਹੈਗਾ, ਡਿਜੀਟਲ ਲਾਈਟ ਪ੍ਰੋਸੈਸਿੰਗ, ਗਲਤ ਹੋ ਗਿਆ। ਹਾਂ, ਡਿਜੀਟਲ ਲਾਈਟ ਪ੍ਰੋਸੈਸਿੰਗ ਆਪਾਂ ਦੇਖ ਲਈਏ, ਡਿਜੀਟਲ ਲਾਈਟ, ਹਾਂ ਆ ਹੈਗਾ ਡਿਜੀਟਲ ਲਾਈਟ ਪ੍ਰੋਸੈਸ ਜਾਂ ਪ੍ਰੋਸੈਸਿੰਗ, ਇਹ ਤਾਂ ਹੈਗਾ A ਵਾਲਾ। ਤਾਂ ਸਟੀਰੀਓਲਿਥੋਗ੍ਰਾਫਿਕ ਵੀ ਹੈਗਾ, ਫਿਊਜ਼ਡ ਡੈਪੋਜੀਸ਼ਨ ਮਾਡਲਿੰਗ ਹੈਗਾ, ਸੋਲਿਡ ਲੇਜ਼ਰ ਸਿੰਟਰਿੰਗ, ਇਹ ਆਪਾਂ ਚੈੱਕ ਕਰੀਏ, ਸਿਲੈਕਟਿਵ ਲੇਜ਼ਰ ਸਿੰਟਰਿੰਗ ਹੈ। ਦੇਖੋ ਧਿਆਨ ਰੱਖਣਾ, ਸੋਲਿਡ ਲੇਜ਼ਰ ਸਿੰਟਰਿੰਗ ਨਹੀਂ ਹੈਗਾ, ਸਿਲੈਕਟਿਵ। ਤਾਂ ਕਰਕੇ ਆਪਾਂ ਨੂੰ ਟੈਕਨੋਲੋਜੀ 'ਚ ਸਾਰੀਆਂ ਹੀ ਯਾਦ ਕਰਨੀਆਂ ਪੈਣਗੀਆਂ, 3D ਦੇ ਵਿੱਚੋਂ ਪੁੱਛਿਆ ਜਾਂਦਾ, ਠੀਕ ਹੈ। ਕਲਰਕ ਦਾ ਕੁਐਸਚਨ ਹੈ 9 ਨਵੰਬਰ 2021 ਦਾ, ਸੋ ਫਿਰ ਇਹਦਾ D ਆਨਸਰ ਹੈ। ਆ ਦੇਖੋ ਇਹਦੇ 'ਚ ਪੁੱਛ ਲਿਆ ਵਿਚ ਆਫ ਦੀ ਫੋਲੋਇੰਗ ਪੇਅਰ ਇਜ਼ ਕਰੈਕਟ ਰਿਗਾਰਡਿੰਗ ਪ੍ਰਿੰਟਰ। ਡਾਟ ਮੈਟ੍ਰਿਕਸ ਕੀ ਕਹਿੰਦਾ, ਇਹ ਇੰਪੈਕਟ ਪ੍ਰਿੰਟਰ ਹੈ। ਇੰਕਜੈਟ ਕਹਿੰਦਾ ਨਾਨ ਇੰਪੈਕਟ ਹੈ। ਦੇਖੋ ਆਪਾਂ ਹੁਣੇ ਹੀ ਕੀਤਾ, ਇੰਪੈਕਟ ਦੇ ਵਿੱਚ ਕੀ ਗਿਆ ਸੀ ਆਪਾਂ ਵੀ, ਦੇਖ ਲਾ 2 ਲੈ ਦੂੰ ਦੁਕਾਨ ਤੋਂ ਚੇਨਾ, ਹੈ ਨਾ। ਨਾਨ ਇੰਪੈਕਟ ਨੇ ਕੀ ਕਿਹਾ ਸੀ, ਇਹਨੇ ਸਿੱਧਾ ਹੀ ਕਹਿਤਾ ਸੀ, ਕਹਿੰਦਾ ਆਈ ਲਵ ਯੂ ਟਰੱਕ ਭਰ ਕੇ, ਠੀਕ ਹੈ, ਆਈ ਲਵ ਯੂ ਟਰੱਕ ਭਰ ਕੇ। ਇੱਥੇ ਸੀਗਾ ਡਾਟ ਮੈਟ੍ਰਿਕਸ, ਡਾਟ ਮੈਟ੍ਰਿਕਸ ਇੰਪੈਕਟ ਦੇ ਵਿੱਚ ਆ, ਤਾਂ ਪਹਿਲਾਂ ਠੀਕ ਹੈ, ਅੱਗੇ ਜਾਣ ਦੀ ਲੋੜ ਹੀ ਨਹੀਂ। ਇੱਥੇ ਸੀਗਾ L ਤੇ ਲੇਜ਼ਰ, ਇਹਨੂੰ ਛੱਡ ਦਿਓ, ਇੱਧਰੋਂ ਦੇਖ ਲਓ, T ਤੇ ਥਰਮਲ ਸੀਗਾ, I ਤੇ ਇੰਕਜੈਟ ਸੀਗਾ, L ਤੇ ਲੇਜ਼ਰ ਸੀਗਾ, ਹੈ ਨਾ। ਤਾਂ ਇੰਕਜੈਟ ਸੀਗਾ ਜਿਹੜਾ ਨਾਨ ਇੰਪੈਕਟ ਦੇ ਵਿੱਚ, ਤਾਂ ਇਹ ਵੀ ਠੀਕ ਹੈ। ਤਾਂ ਗੱਲ ਬਣ ਗਈ ਹੈ ਨਾ, ਆਪਣੇ ਕੋਡ ਕੰਮ ਦੇ ਗਏ, ਤਾਂ ਦੋਨੋਂ ਹੀ ਠੀਕ ਨੇ, ਬੋਥ 1 and 2 ਟਰੂ ਹੋ ਗਏ। ਸੋ ਇਸ ਤਰ੍ਹਾਂ ਇਹਦੇ ਵਿੱਚੋਂ ਦੁਬਾਰਾ ਤੁਸੀਂ ਵੈਰੀਫਾਈ ਵੀ ਕਰ ਸਕਦੇ ਹੋ, ਸਕਰੀਨਸ਼ਾਟ ਲੈ ਲਓ ਜੇ ਉਦੋਂ ਨਹੀਂ ਲਿਆ ਸੀ, ਹੈ ਨਾ, ਕੰਮ ਆਉਣੀਆਂ ਚੀਜ਼ਾਂ। ਅਗਲਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਪੇਜ ਪ੍ਰਿੰਟਰ। ਪੇਜ ਪ੍ਰਿੰਟਰ ਦੀ ਐਗਜ਼ਾਮਪਲ ਕਿਹੜੀ ਹੈ, ਹੁਣੀ ਆਪਾਂ ਪੜ੍ਹੀਆਂ ਸੀ। ਤਾਂ ਲੇਜ਼ਰ ਪ੍ਰਿੰਟਰ ਹੈ ਜਿਹੜਾ ਪੇਜ ਪ੍ਰਿੰਟਰ ਹੈ, ਇਹ ਆਪਾਂ ਯਾਦ ਰੱਖਣਾ। ਲੇਜ਼ਰ ਤੇ ਮੈਗਨੈਟਿਕ, ਇਹ 2 ਪੇਜ ਪ੍ਰਿੰਟਰ ਨੇ। ਡਰਮ ਤੇ ਚੇਨ, ਠੀਕ ਹੈ, ਇਹ ਆਪਣੇ ਕੋਲੇ ਕੀ ਨੇ, ਲਾਈਨ ਪ੍ਰਿੰਟਰ ਨੇ, ਯਾਦ ਰੱਖਣੇ ਨੇ। ਵਿਚ ਆਫ ਦੀ ਫੋਲੋਇੰਗ ਇਜ਼ ਐਗਜ਼ਾਮਪਲ ਆਫ ਇੰਪੈਕਟ ਪ੍ਰਿੰਟਰ। ਦੇਖੋ ਇੰਪੈਕਟ ਹੁਣੀ ਆਪਾਂ ਪੜ੍ਹ ਕੇ ਗਏ ਹਾਂ, ਡਾਟ ਮੈਟ੍ਰਿਕਸ ਹੈ ਨਾ, ਦੇਖੋ ਇਹਦੇ ਨਾਲ ਹੀ ਮੈਚ ਕਰਦਾ ਹੈ ਡਾਟ ਮੈਟ੍ਰਿਕਸ। ਸੋ ਇਹ ਪੁੱਛੇ ਜਾਂਦੇ ਨੇ ਕੁਐਸਚਨ, ਤਾਂ ਇਹ ਇੰਪੈਕਟ ਪ੍ਰਿੰਟਰ ਹੈ, ਯਾਦ ਰਹਿ ਜੂਗੀ ਆਪਣੇ, ਠੀਕ ਹੈ। ਅੱਗੇ ਹੈਗਾ ਜੀ, ਪ੍ਰਿੰਟਰ ਰੈਜ਼ੋਲੂਸ਼ਨ ਇਜ਼ ਮੈਜ਼ਰਡ ਬਾਏ ਦੀ ਨੰਬਰ ਆਫ। ਪ੍ਰਿੰਟਰ ਦੀ ਰੈਜ਼ੋਲੂਸ਼ਨ ਕਾਹਦੇ ਦੁਆਰਾ ਮੈਜ਼ਰ ਕੀਤੀ ਜਾਂਦੀ ਹੈ, ਕਰੈਕਟਰ ਪਰ ਸੈਕਿੰਡ ਨਹੀਂ, ਪੇਜਸ ਪਰ ਮਿੰਟ। ਇਹ ਸਪੀਡ ਹੁੰਦੀ ਹੈ ਪ੍ਰਿੰਟਰ ਦੀ, ਪੇਜਸ ਪਰ ਮਿੰਟ, ਨਾ ਕਿ ਰੈਜ਼ੋਲੂਸ਼ਨ। ਇੱਥੇ ਰੈਜ਼ੋਲੂਸ਼ਨ ਪੁੱਛਦਾ ਆਪਾਂ ਨੂੰ, ਸੋ ਇਹ ਵੀ ਰੋਂਗ ਹੋ ਗਿਆ। ਸਪੌਟਸ ਪਰ ਸੈਂਟੀਮੀਟਰ ਇਹ ਵੀ ਨਹੀਂ ਹੁੰਦਾ, ਤਾਂ ਡਾਟਸ ਪਰ ਇੰਚ ਹੁੰਦਾ ਹੈ ਨਾ। ਸੋ B ਆਨਸਰ ਹੈ ਫਿਰ ਇਹਦਾ। ਰੈਜ਼ੋਲੂਸ਼ਨ ਆਫ ਪ੍ਰਿੰਟਰ ਆਪਾਂ ਪੜ੍ਹਿਆ ਸੀ ਡਾਟਸ। ਰੈਜ਼ੋਲੂਸ਼ਨ ਆਫ ਕੰਪਿਊਟਰ ਜਾਂ ਇਮੇਜ ਜਾਂ ਵੀਡੀਓ ਦੀ ਗੱਲ ਕਰਦਾ ਸੀ ਤਾਂ ਪਿਕਸਲ। ਸਪੀਡ ਦੀ ਆਪਾਂ ਗੱਲ ਕਰਾਂਗੇ CPM, ਯਾਨੀ ਕਿ ਕਰੈਕਟਰ ਪਰ ਮਿੰਟ, ਲਾਈਨ ਪਰ ਮਿੰਟ ਤੇ ਪੇਜ ਪਰ ਮਿੰਟ,
ठीक है। ਅੱਗੇ ਆ ਗਿਆ ਡੈਵੋਰਿਕ ਇਜ਼ ਯੂਜ਼ਡ ਵਿਦ ਰੈਫਰੈਂਸ ਟੂ। ਡੈਵੋਰਿਕ ਹੈ ਕਹਿੰਦਾ ਕਿਹਦੇ ਰੈਫਰੈਂਸ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ, ਕੀ ਇਹ ਪ੍ਰਿੰਟਰ ਹੈ ਕਿ ਮੋਨੀਟਰ ਹੈ, ਮਾਊਸ ਹੈ ਕਿ ਕੀਬੋਰਡ ਹੈ। ਤਾਂ ਇਹ ਕੀਬੋਰਡ ਹੈ ਇੱਕ। ਕੀਬੋਰਡ ਦੇ ਕਿਹੜੇ ਕਿਹੜੇ ਸਟਰਕਚਰ ਨੇ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ, ਇਹਦੇ ਵਿੱਚ ਜੋ ਵੀ ਇੱਕ ਦੋ ਕੁਐਸਚਨ ਪੁੱਛ ਲੈਂਦਾ ਹੁੰਦਾ। ਜਿਵੇਂ ਟਾਈਪਸ ਆਫ ਕੀਬੋਰਡ ਦੇਖੀਏ ਆਪਾਂ, ਪਹਿਲਾ ਹੁੰਦਾ QWERT ਕੀਬੋਰਡ। ਇਹਨੂੰ QWERT ਕਿਉਂ ਬੋਲਦੇ ਆ, ਕਿਉਂਕਿ ਇੱਥੋਂ ਸ਼ੁਰੂ ਹੁੰਦਾ QWERTYIOP ਹੈ ਨਾ, ਤਾਂ ਪਹਿਲੀਆਂ ਲਾਈਨਾਂ ਕਰਕੇ ਇਹਨੂੰ QWERT ਕੀਬੋਰਡ ਬੋਲਿਆ ਜਾਂਦਾ। ਟ੍ਰੈਡੀਸ਼ਨਲ ਕੀਬੋਰਡ ਵੀ ਕਹਿੰਦੇ ਆ ਇਸੇ ਨੂੰ ਹੀ, ਸਟੈਂਡਰਡ ਕੀਬੋਰਡ ਵੀ ਕਿਹਾ ਜਾਂਦਾ, ਠੀਕ ਹੈ। ਲੈਟਿਨ ਸਕ੍ਰਿਪਟ ਦੇ ਲਈ ਬਣਿਆ ਸੀ ਇਹ, ਰੈਕਟੈਂਗੂਲਰ ਸ਼ੇਪ ਹੁੰਦੀ ਹੈ ਤੇ ਇਹੀ ਚੱਲਿਆ ਆ ਰਿਹਾ, ਪੁਰਾਣਾ ਬਹੁਤ, 1870 ਦੇ ਵਿੱਚ ਬਣਿਆ ਸੀ ਹੈ ਨਾ ਜਿਵੇਂ। ਅੱਗੇ ਆ ਗਿਆ ਜੀ ਡੈਵੋਰਿਕ ਕੀਬੋਰਡ। ਡੈਵੋਰਿਕ ਕੀਬੋਰਡ ਇਜ਼ ਅ ਕੰਪਿਊਟਰ ਇਨਪੁਟ ਕੀਬੋਰਡ, ਜਿਹੜਾ 1930 'ਚ ਬਣਿਆ ਸੀ, ਜਿਹਦੇ ਵਿੱਚ ਜਿਹੜਾ ਮੇਨ ਕਾਹਦੇ ਲਈ ਹੁੰਦਾ, ਟਾਈਪਿੰਗ, ਐਰਗੋਨੋਮਿਕ ਐਂਡ ਐਫੀਸ਼ੀਐਂਸੀ। ਐਰਗੋਨੋਮਿਕ ਹੁੰਦਾ ਹੈ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕਰਨਾ, ਐਫੀਸ਼ੀਐਂਟਲੀ ਜਾਂ ਇਫੈਕਟਿਵਲੀ, ਟੂ ਐਂਡ ਰਿਡਿਊਸ ਟਾਈਪਿੰਗ ਐਰਰ। ਦਾ ਕੀਬੋਰਡ ਹੈਜ਼ ਦਾ ਵੋਵਲ ਐਂਡ ਪੰਕਚੁਏਸ਼ਨ ਮਾਰਕਸ ਔਨ ਦੀ ਲੈਫਟ ਹੈਂਡ ਸਾਈਡ। ਆਹ ਦੇਖੋ ਵੋਵਲ ਤੇ ਜਿਹੜੇ ਪੰਕਚੁਏਸ਼ਨ ਮਾਰਕਸ ਨੇ ਉਹ ਲੈਫਟ ਹੈਂਡ ਸਾਈਡ ਨਹੀਂ ਹੈਗੇ, ਆ ਦੇਖੋ AEIOU ਹੈ ਨਾ ਇੱਧਰਲੀ ਸਾਈਡ, ਤੇ ਰਾਈਟ ਹੈਂਡ ਸਾਈਡ ਜਿਹੜੇ ਸਾਰੇ ਨੇ ਕੌਨਸੋਨੈਂਟ ਨੇ। ਤੇ ਇਹਨੂੰ ਡੈਵੋਰਿਕ ਕੀਬੋਰਡ ਬੋਲਿਆ ਜਾਂਦਾ। ਅਗਲਾ ਜਿਵੇਂ PDA ਹੁੰਦਾ ਪਰਸਨਲ ਡਿਜੀਟਲ ਅਸਿਸਟੈਂਟ। PDA ਆਪਾਂ ਪੜ੍ਹੇ, ਇੱਕ ਇਨਪੁਟ ਆਊਟਪੁੱਟ ਡਿਵਾਈਸ ਹੁੰਦਾ ਜਿਹਦੇ ਵਿੱਚ ਫੋਨ ਦੇ ਵਿੱਚ ਆਪਾਂ ਸਾਰਾ ਕੰਮ ਕਰ ਸਕਦੇ ਹੁੰਦੇ ਹਾਂ, ਉਹਦੇ ਨਾਲ ਕੀਬੋਰਡ ਵੀ ਅਟੈਚ ਕਰ ਸਕਦੇ ਹਾਂ ਹੈ ਨਾ। ਫਲੈਕਸੀਬਲ ਕੀਬੋਰਡ ਜਿਹੜਾ ਵੀ ਬੰਦ ਜਾ ਹੋ ਕੇ ਜਿਵੇਂ ਡੱਬੀਆਂ 'ਚ ਪਾਇਆ ਹੋਇਆ, ਇਹਨੂੰ ਫਲੈਕਸੀਬਲ ਕੀਬੋਰਡ ਹੈ। ਤੇ ਐਰਗੋਨੋਮਿਕ ਕੀਬੋਰਡ ਉਹ ਹੁੰਦਾ ਜਿਵੇਂ ਕਈ ਵਾਰੀ ਸਟ੍ਰੇਨ ਵਗੈਰਾ ਤੋਂ ਅਸੀਂ ਬਚਣਾ, ਅਸੀਂ ਰਿਲੈਕਸ ਰਹਿਣਾ, ਮੈਂ ਰਿਡਿਊਸ ਦੀ ਸਟ੍ਰੇਨ ਆਫ ਕੌਨਸਟੈਂਟ ਟਾਈਪਿੰਗ, ਹੱਥਾਂ ਵਗੈਰਾ ਤੇ ਲਗਾਤਾਰ ਅਸੀਂ ਲਿਖਣਾ। ਆਹ ਦੇਖੋ ਬੈਂਡ ਜਿਹਾ ਬਣਿਆ ਹੋਇਆ ਨਾ, ਇਹ ਤਾਂ ਹੀ ਬਣਿਆ ਹੋਇਆ ਵੀ ਥੋੜਾ ਜਿਹਾ ਬੰਦੇ ਨੂੰ ਸੌਖਾ ਰਹੇ। ਤਾਂ ਕੁਰਸੀਆਂ ਹੁੰਦੀਆਂ ਜਿਹਦੇ ਤੇ ਆਪਾਂ ਬੈਠਦੇ ਹਾਂ, ਚੇਅਰਸ ਹੁੰਦੀਆਂ ਨੇ, ਉਹ ਵੀ ਇਸੇ ਪਰਪਸ ਦੇ ਨਾਲ ਬਣੀਆਂ ਹੁੰਦੀਆਂ ਨੇ ਵੀ ਲੰਬਾ ਸਮਾਂ ਬੈਠਣਾ, ਤੁਹਾਡੀ ਬੈਕ ਪੇਨ ਨਾ ਹੋਣ ਲੱਗੇ। ਤਾਂ ਉਸ ਪੇਨ ਨੂੰ ਘਟਾਉਣ ਦੇ ਲਈ ਜਿਹੜਾ ਕੀਬੋਰਡ ਵਰਤਿਆ ਜਾਂਦਾ ਉਹ ਹੁੰਦਾ ਐਰਗੋਨੋਮਿਕ ਕੀਬੋਰਡ। ਕਲੀਅਰ ਹੋਈ ਗੱਲ। ਫਿਰ ਵਰਚੁਅਲ ਕੀਬੋਰਡ ਜਿਹੜਾ ਆਪਾਂ ਨੂੰ ਇੰਟਰਨੈਟ ਤੋਂ ਮਿਲਦਾ ਹੈ ਜਾਂ ਕੰਪਿਊਟਰ ਦੇ ਵਿੱਚ ਹੁੰਦਾ ਹੈ, ਦਿਖਦਾ ਨਹੀਂ ਕਦੇ, ਸੌਫਟਵੇਅਰ ਦੀ ਫਾਰਮ 'ਚ ਹੁੰਦਾ ਹੈ ਨਾ। ਗੇਮਿੰਗ ਵਾਲਾ ਕੀਬੋਰਡ ਤੇ ਮਲਟੀਮੀਡੀਆ ਜਾਂ ਇੰਟਰਨੈਟ। ਗੇਮਿੰਗ ਵਾਲੇ ਤੇ ਗੇਮਿੰਗ ਵਾਲੇ ਫੰਕਸ਼ਨ ਜ਼ਿਆਦਾ ਹੁੰਦੇ ਨੇ, ਮਲਟੀਮੀਡੀਆ ਤੇ ਇੰਟਰਨੈਟ ਕੀਬੋਰਡ ਤੇ ਇੰਟਰਨੈਟ ਵਾਲੇ ਬਟਨ ਜ਼ਿਆਦਾ ਹੁੰਦੇ ਨੇ। ਨਾਰਮਲੀ ਵੈਸੇ 102 ਕੀ ਮੰਨਦੇ ਨੇ ਵੀ 102 ਹੁੰਦੀਆਂ ਨੇ, ਬਟ ਹਰ ਇੱਕ ਤੇ ਅੱਜ ਕੱਲ੍ਹ ਜ਼ਿਆਦਾ ਹੈ। ਲੈਪਟਾਪ ਤੇ ਕੀ ਵੱਧ ਘੱਟ ਹੋ ਸਕਦੀਆਂ ਨੇ, PC ਤੇ ਵੱਧ ਘੱਟ ਹੋ ਸਕਦੀਆਂ ਨੇ। ਬੇਸਿਕ ਕੀਬੋਰਡ ਤੇ 102 ਹੁੰਦੀਆਂ ਨੇ, ਜ਼ਿਆਦਾ ਜਿੰਨੀਆਂ ਮਰਜ਼ੀ ਹੋ ਸਕਦੀਆਂ ਨੇ, ਡਿਪੈਂਡ ਕਰਦਾ ਕੰਪਨੀ ਕਿਹੜੇ ਪਰਪਸ ਨੂੰ ਦੇਖ ਕੇ ਕੀਬੋਰਡ ਬਣਾ ਰਹੀ ਹੈ, ਠੀਕ ਹੈ। ਸੋ ਡੈਵੋਰਿਕ ਕਾਹਦੇ ਲਈ ਯੂਜ਼ ਕੀਤਾ ਜਾਂਦਾ ਫਿਰ, ਕੀਬੋਰਡ ਦੇ ਲਈ, ਇਹੀ ਕੁਐਸਚਨ ਹੈ। ਅੱਗੇ ਹੈਗਾ ਡੈਸ਼ ਕਨਵਰਟਸ ਹਾਰਡ ਕਾਪੀ ਟੂ ਸੌਫਟ ਕਾਪੀ। ਦੇਖੋ ਬੜਾ ਸੌਖਾ ਹੈ, ਹਾਰਡ ਕਾਪੀ ਟੂ ਸੌਫਟ ਕਾਪੀ ਕਦ ਕੀ ਵਰਤਿਆ ਜਾਂਦਾ, ਸਕੈਨਰ। ਹਾਰਡ ਕਾਪੀ ਯਾਨੀ ਕਿ ਆਪਣੇ ਕੋਲੇ ਬੁੱਕ ਹੈਗੀ, ਬੁੱਕ ਦੇ ਵਿੱਚੋਂ ਆਪਾਂ ਫੋਟੋ ਖਿੱਚ ਕੇ ਸਕੈਨਰ ਦੇ ਨਾਲ ਸੌਫਟ ਕਾਪੀ ਬਣਾ ਸਕਦੇ ਹਾਂ, ਠੀਕ ਹੈ। ਅਗਲਾ ਕੁਐਸਚਨ, ਅਮੰਗ ਦੀ ਗਿਵਨ ਆਪਸ਼ਨਸ ਵਿਚ ਆਫ ਦੀ ਪ੍ਰਿੰਟਰਸ ਆਰ ਕੰਸੀਡਰਡ ਟੂ ਬੀ ਦੀ ਫਾਸਟੈਸਟ। ਪ੍ਰਿੰਟਰਸ ਨਹੀਂ ਆਉਣਾ ਸੀ, ਪ੍ਰਿੰਟਰ ਆਊਗਾ। ਵਿਚ ਆਫ ਦੀ ਫੋਲੋਇੰਗ ਪ੍ਰਿੰਟਰ ਇਜ਼ ਕੰਸੀਡਰਡ ਟੂ ਬੀ ਫਾਸਟ। ਕਿਹੜਾ ਕਹਿੰਦਾ ਫਾਸਟ ਹੈ, ਤੇ ਆਪਾਂ ਨੂੰ ਪਤਾ ਲੇਜ਼ਰ ਸਭ ਤੋਂ ਜ਼ਿਆਦਾ ਫਾਸਟ ਹੈ, ਤਾਂ ਆਨਸਰ B ਹੈ, ਠੀਕ ਹੈ। ਇਹ ਆਪਾਂ ਪੜ੍ਹਿਆ ਸੀਗਾ ਲੇਜ਼ਰ, ਤਾਂ ਹੀ ਇਹ ਛੇਤੀ ਛੇਤੀ ਕਹਿ ਦਿੰਦਾ ਸੀ ਆਈ ਲਵ ਟਰੱਕ ਭਰ ਕੇ, ਨੌਨ ਇੰਪੈਕਟ ਸੀਗਾ ਹੈ ਨਾ, ਕੋਈ ਪ੍ਰਭਾਵ ਨਹੀਂ ਪਾਉਂਦਾ, ਸਿੱਧਾ ਕਹਿੰਦਾ ਆਈ ਲਵ ਟਰੱਕ ਭਰ ਕੇ ਲੇਜ਼ਰ। ਯਾਦ ਰੱਖਿਓ ਗੱਲ। ਅੱਗੇ ਬੜਾ ਵਧੀਆ ਕੁਐਸਚਨ ਹੈ, 2022 ਦਾ ਹੀ ਕੁਐਸਚਨ ਹੈ, ਸਬ ਇੰਸਪੈਕਟਰ ਦਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਡਾਟ ਮੈਟ੍ਰਿਕਸ। ਡਾਟ ਮੈਟ੍ਰਿਕਸ ਨੌਨ ਇੰਪੈਕਟ ਹੈ, ਆਪਾਂ ਹੁਣੀ ਪੜ੍ਹਿਆ ਸੀ ਨੌਨ ਇੰਪੈਕਟ। ਨੌਨ ਇੰਪੈਕਟ ਦੇ ਵਿੱਚ ਆਈ ਲਵ ਟਰੱਕ ਭਰ ਕੇ, ਤਾਂ ਡਾਟ ਮੈਟ੍ਰਿਕਸ ਤਾਂ ਹੈ ਹੀ ਨਹੀਂ ਇੱਧਰ, ਉਹ ਤਾਂ ਦੂਸਰੀ ਸਾਈਡ ਹੈ, ਤਾਂ ਪਹਿਲੀ ਗਲਤ ਹੋ ਗਈ। ਪ੍ਰੋਡਿਊਸ ਕਾਰਬਨ ਕਾਪੀਜ਼। ਡਾਟ ਮੈਟ੍ਰਿਕਸ ਹੈ ਜਿਹੜਾ ਇੰਪੈਕਟ ਪ੍ਰਿੰਟਰ ਹੈ, ਪ੍ਰੋਡਿਊਸ ਕਾਰਬਨ ਕਾਪੀਜ਼ ਇਹ ਬਿਲਕੁਲ ਠੀਕ ਹੈ, ਕਿਉਂਕਿ ਜਿਹੜੇ ਇੰਪੈਕਟ ਪ੍ਰਿੰਟਰ ਨੇ ਉਹ ਮਲਟੀਪਲ ਕਾਰਬਨ ਕਾਪੀਜ਼ ਐਟ ਏ ਸੇਮ ਟਾਈਮ ਪ੍ਰੋਡਿਊਸ ਕਰਦੇ ਨੇ। ਤੇ ਇਹ ਕਰੈਕਟਰ ਪ੍ਰਿੰਟਰ ਹੈ, ਇਹ ਵੀ ਗੱਲ ਠੀਕ ਹੈ, ਤਾਂ ਦੂਜਾ ਤੇ ਤੀਜਾ ਠੀਕ ਨੇ, ਆਨਸਰ B ਹੈ। ਇਹ ਕਰੈਕਟਰ ਪ੍ਰਿੰਟਰ ਹੈ ਡਾਟ ਮੈਟ੍ਰਿਕਸ, ਇਹ ਯਾਦ ਰੱਖਣਾ, ਠੀਕ ਹੈ। ਇਹਨਾਂ ਨੂੰ ਵੀ ਆਪਦੇ ਹਿਸਾਬ ਨਾਲ ਯਾਦ ਕਰ ਲਿਓ ਵੀ ਕਰੈਕਟਰ ਦੇ ਵਿੱਚ ਕਿਵੇਂ ਯਾਦ ਕਰਨੇ ਨੇ, ਪ੍ਰਿੰਟਰ ਦੇ ਵਿੱਚ ਆਪਾਂ ਕਿਵੇਂ ਯਾਦ ਕਰਨੇ ਨੇ, ਠੀਕ ਹੈ ਜੀ। ਅਗਲਾ ਕੁਐਸਚਨ ਹੈ, ਦੀ ਫੁੱਲ ਸਾਈਜ਼ ਰਿਜਿਡ ਰੈਕਟੈਂਗੂਲਰ ਕੀਬੋਰਡ ਦੈਟ ਇਨਕਲੂਡਸ ਫੰਕਸ਼ਨ ਨੈਵੀਗੇਸ਼ਨਲ ਐਂਡ ਨਿਊਮੈਰਿਕ ਕੀਜ਼ ਇਨ ਵਿਚ ਟਾਈਪ ਆਫ ਕੀਬੋਰਡ।
ਕਿਹੜੇ ਕਹਿੰਦਾ ਕੀਬੋਰਡ ਦੇ ਵਿੱਚ ਫੁੱਲ ਸਾਈਜ਼ ਦਾ ਰਿਜਿਡ ਹੈ, ਮਤਲਬ ਕਿ ਇੱਕ ਆਪਾਂ ਇਹ ਨਹੀਂ ਪੜਿਆ ਸੀ ਵੀ ਜਿਹੜਾ ਉਹ ਸੀ ਫਲੈਕਸੀਬਲ ਸੀ, ਇਹ ਫਲੈਕਸੀਬਲ ਨਹੀਂ, ਰਿਜਿਡ ਹੈ। ਵਾਇਰਲੈਸ ਕੀਬੋਰਡ ਵੀ ਨਹੀਂ ਹੈ, ਪੀਡੀਏ ਵੀ ਨਹੀਂ ਹੈ, ਟ੍ਰੈਡੀਸ਼ਨਲ ਕੀਬੋਰਡ ਹੈ ਜਿਹੜਾ ਸ਼ੁਰੂ 'ਚ ਪੜਿਆ ਸੀ ਪਹਿਲੀਆਂ ਵਾਲਾ, ਜਿਹਨੂੰ QWERT ਕੀਬੋਰਡ ਵੀ ਬੋਲਦੇ ਸੀ ਆਪਾਂ, ਠੀਕ ਹੈ। ਅਗਲਾ ਕੁਐਸਚਨ ਹੈ ਡੈਸ਼ ਇਜ਼ ਏ ਲਾਈਨ ਪ੍ਰਿੰਟਰ, ਕਿਹੜਾ ਲਾਈਨ ਪ੍ਰਿੰਟਰ ਆ? ਤਾਂ ਇਹ ਵੀ ਆਪਾਂ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ ਵੀ ਲਾਈਨ ਪ੍ਰਿੰਟਰ ਦੇ ਵਿੱਚ ਡਰਮ ਤੇ ਚੇਨ ਆਉਂਦੇ ਨੇ, ਹੈ ਨਾ। ਤਾਂ ਇਹਦੇ ਵਿੱਚੋਂ ਫਿਰ ਚੇਨ ਹੈਗਾ ਤਾਂ ਬੀ ਆਨਸਰ ਹੈ। ਤਾਂ ਇਹ ਤੁਸੀਂ ਕੋਈ ਵੀ ਪੇਪਰ ਦਿਓ, ਸਪੈਸ਼ਲੀ ਜਦੋਂ ਤੁਸੀਂ ਕਲੈਰੀਕਲ ਦਾ ਪੇਪਰ ਦਿਓ ਉਦੋਂ ਪ੍ਰਿੰਟਰ ਬਾਰੇ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ। ਜਦੋਂ ਨੋਰਮਲੀ ਦੂਜੇ ਪੇਪਰ ਦਿੰਦੇ ਆਪਾਂ, ਜਿਵੇਂ ਐਕਸਾਈਜ਼ ਦਾ ਪੇਪਰ ਆ ਰਿਹਾ ਜਾਂ PPPLB ਦਾ ਕੋਈ ਵੀ ਪੇਪਰ ਆ ਰਿਹਾ, ਫਿਰ ਇੱਕ ਕੁਐਸਚਨ ਪੁੱਛਿਆ ਹੀ ਜਾਂਦਾ। ਜਿਵੇਂ ਇਹਨਾਂ 'ਚ ਤੁਸੀਂ ਦੇਖ ਲਿਓ ਸਾਰੇ ਇਹ ਪੇਪਰਾਂ 'ਚ ਆਏ ਹੋਏ ਕੁਐਸਚਨ ਹੀ ਕਰ ਰਹੇ ਆਪਾਂ, ਹੈ ਨਾ। ਅਗਲਾ ਕੁਐਸਚਨ ਹੈ ਫੁੱਲ ਫਾਰਮ ਆਫ DLP ਇਨ 3D ਪ੍ਰਿੰਟਿੰਗ, ਇਹ ਆਪਾਂ ਕਰ ਚੁੱਕੇ ਹਾਂ। ਆ ਦੇਖੋ DLP ਦੀ, ਹੈ ਨਾ, ਡਿਜੀਟਲ ਲਾਈਟ ਪ੍ਰੋਸੈਸ, ਡਿਜੀਟਲ ਲਾਈਟ ਪ੍ਰੋਸੈਸਿੰਗ ਜਾਂ ਪ੍ਰੋਸੈਸਿੰਗ ਕੀ ਗੱਲ ਹੈ। ਲਾਈਨ ਇਹ ਰਿਪੀਟ ਹੋ ਗਿਆ। ਪਿਛਲਾ ਕੁਐਸਚਨ ਸੀਗਾ ਜਿਹੜਾ ਉਹ ਆਇਆ ਹੋਇਆ ਸੀਗਾ 17 ਅਗਸਤ 2021 ਦਾ ਲਾਈਨ ਪ੍ਰਿੰਟਰ ਵਾਲਾ, ਤੇ ਇਹ ਵਾਲਾ ਕੁਐਸਚਨ ਆਇਆ ਹੋਇਆ 24 ਅਗਸਤ 2021 ਦੇ ਵਾਲਾ, ਹੈ ਨਾ। ਇਹ ਵੀ ਆਪਾਂ ਕਰ ਚੁੱਕੇ ਹਾਂ। ਡਰਮ ਪ੍ਰਿੰਟਰ ਹੈ ਜਿਹੜਾ ਲਾਈਨ ਪ੍ਰਿੰਟਰ ਹੈ। ਪਿਛਲੇ ਕੁਐਸਚਨ ਦੇ ਵਿੱਚ ਸੀਗਾ ਚੇਨ ਪ੍ਰਿੰਟਰ ਦਿੱਤਾ ਹੋਇਆ ਸੀ, ਹੈ ਨਾ। ਇਹਦੇ ਵਿੱਚ ਡਰਮ ਪ੍ਰਿੰਟ, ਚੇਨ ਤੇ ਡਰਮ ਦੋਨੋਂ ਪੁੱਛ ਲਏ ਨਾ, ਤਾਂ ਇਹ ਪੁੱਛੇ ਜਾਂਦੇ ਨੇ ਕੁਐਸਚਨ, ਠੀਕ ਹੈ। ਅਗਲਾ ਕਹਿੰਦਾ ਇਨ QWERT ਕੀਬੋਰਡ ਵਿਚ ਉਹਦੀ ਫੋਲੋਇੰਗ ਇਜ਼ ਕਰੈਕਟ। ਅਲਫਾਬੈਟ E is in a line which is below the line containing alphabet T। ਕਹਿੰਦਾ ਅਲਫਾਬੈਟ T ਹੈ, ਕਹਿੰਦਾ ਸੌਰੀ ਅਲਫਾਬੈਟ E ਹੈ ਜਿਹੜਾ ਉਹ T ਵਾਲੀ ਲਾਈਨ ਤੋਂ ਥੱਲੇ ਆਉਂਦਾ ਹੈਗਾ। ਕੀ ਕਹਿੰਦਾ ਇਹ ਠੀਕ ਹੈ। ਦੂਜਾ ਕਹਿੰਦਾ ਅਲਫਾਬੈਟ D ਹੈ ਜਿਹੜਾ, ਹੈ ਨਾ, ਉਹ ਬਿਲੋ ਆਉਂਦਾ ਜਿਹੜੀ ਲਾਈਨ 'ਚ S ਹੈ। ਤਾਂ ਆਪਾਂ ਦੇਖ ਲੈਂਦੇ ਹਾਂ ਕੀਬੋਰਡ, ਆ ਦੇਖੋ ਜਿਹੜਾ ਅਲਫਾਬੈਟ T ਹੈ ਕਹਿੰਦਾ ਉਹ E ਵਾਲੀ ਲਾਈਨ ਦੇ ਥੱਲੇ ਹੈ। ਨਹੀਂ, ਇਹ ਤਾਂ ਗਲਤ ਹੈ ਇਹਦਾ ਮਤਲਬ। ਤੇ ਉਵੇਂ ਹੀ ਜਿਹੜਾ S ਹੈਗਾ ਜਿਹੜਾ ਅਲਫਾਬੈਟ ਉਹ D ਵਾਲੀ ਦੇ ਥੱਲੇ ਹੈ, ਤਾਂ ਇਹ ਵੀ ਨਹੀਂ ਹੈ। ਤਾਂ ਇਹ ਮੈਨੂੰ ਲੱਗਦਾ ਦੋਨੋਂ ਹੀ ਗਲਤ ਹੋ ਗਏ, ਨਾਈਦਰ 1 ਨੋਰ 2। ਤਾਂ ਆਹ ਦੋ ਲਾਈਨਾਂ ਯਾਦ ਕਰ ਲਿਓ, ਆਹ ਤਾਂ ਯਾਦ ਹੋ ਹੀ ਜਾਊ। QWERT ਬਾਈ ਦੂਸਰੀ ਵੀ ਯਾਦ ਕਰ ਲਿਓ, ASDFGH, ਹੈ ਨਾ। ਸਿਮਿਲਰਲੀ ZXCBBN ਬਸ ਥੋੜਾ ਬਹੁਤ ਕਰ ਲਿਓ ਕਿਉਂਕਿ ਪੁੱਛਿਆ ਉਹਨੇ ਕੁਐਸਚਨ, ਆਪਾਂ ਛੱਡ ਤਾਂ ਸਕਦੇ ਨਹੀਂ, ਹੈ ਨਾ। ਅਗਲਾ ਕੁਐਸਚਨ ਹੈ SLS, ਇਹ ਆਪਾਂ ਪੜ੍ਹ ਹੀ ਲਿਆ, ਸਿਲੈਕਟਿਵ ਲੇਜ਼ਰ ਸਿੰਟਰਿੰਗ, ਬੜਾ ਸੌਖਾ ਹੈ ਨਾ, ਸਿਲੈਕਟਿਵ ਲੇਜ਼ਰ ਸਿੰਟਰਿੰਗ। ਅਗਲਾ ਕੁਐਸਚਨ ਹੈ ਇਨ QWERT ਕੀਬੋਰਡ ਹਾਊ ਮੈਨੀ ਫੰਕਸ਼ਨਸ ਆਰ ਦੇਅਰ, ਕਿੰਨੀਆਂ ਫੰਕਸ਼ਨਸ ਕੀ ਹੁੰਦੀਆਂ ਨੇ? ਤਾਂ ਇਹ 12 ਹੁੰਦੀਆਂ ਨੇ ਟੋਟਲ, ਆਪਾਂ ਯਾਦ ਰੱਖਣਾ ਹੈ। F1 ਤੋਂ ਲੈ ਕੇ F1 2 3 4 5 6 7 8 ਟੋਟਲ 12 ਹੁੰਦੀਆਂ ਨੇ ਫੰਕਸ਼ਨ, ਕੀ ਹੈ ਯਾਦ ਰੱਖਣੀਆਂ ਨੇ। ਸੀ ਆਨਸਰ ਹੈ। ਅਗਲਾ ਪ੍ਰਿੰਟਿੰਗ ਹੈਡ ਐਂਡ ਪੇਪਰ ਇਜ਼ ਟੱਚਡ ਵਿਦ, ਕਿਹਦੇ ਵਿੱਚ ਪ੍ਰਿੰਟਿੰਗ ਹੈਡ ਤੇ ਪੇਪਰ ਟੱਚ ਕਰਦੇ ਨੇ? ਇੰਪੈਕਟ ਦੇ ਵਿੱਚ, ਠੀਕ ਹੈ। ਨੌਨ ਇੰਪੈਕਟ ਦੇ ਵਿੱਚ ਨਹੀਂ ਟੱਚ ਕਰਦੇ, ਤਾਂ ਬੀ ਆਨਸਰ ਹੈ। ਆ ਦੇਖੋ ਪ੍ਰਿੰਟਿੰਗ ਹੈਡ ਇਹਦੇ ਨਾਲ ਟੱਚ ਕਰਦੇ ਨੇ। ਮਲਟੀਪਲ ਕਾਰਬਨ ਕਾਪੀ ਇਹ ਮੈਂ ਆਲਰੇਡੀ ਦੱਸ ਚੁੱਕਿਆ, ਠੀਕ ਹੈ। ਤਾਂ ਫਿਰ ਇਹਦਾ ਬੀ ਆਨਸਰ ਹੈ। ਅਗਲਾ ਕੁਐਸਚਨ ਡੈਸ਼ ਯੂਜ਼ ਟੂ ਰੀਡ, ਆ ਦੇਖੋ ਜ਼ਿਆਦਾ ਖੰਘ ਹੋਣ ਲੱਗ ਜਾਂਦੀ ਹੈ ਤਾਂ ਹੀ ਮੈਂ ਵੀਡੀਓ ਨਹੀਂ ਬਣਾ ਰਿਹਾ ਸੀ। ਚਲੋ ਕੋਈ ਗੱਲ ਨਹੀਂ, ਇੱਕੋ ਲਾਸਟ ਕੁਐਸਚਨ ਰਹਿ ਗਿਆ ਆਪਣਾ, ਥੋੜਾ ਜਿਹਾ ਸਫਰ ਕਰ ਲਿਓ। ਇਹ ਡੈਸ਼ ਇਜ਼ ਯੂਜ਼ ਟੂ ਰੀਡ ਹੈਂਡ ਰਿਟਨ ਔਰ ਪ੍ਰਿੰਟਡ ਟੈਕਸਟ ਟੂ ਮੇਕ ਡਿਜੀਟਲ ਇਮੇਜ ਦੈਟ ਇਜ਼ ਸਟੋਰਡ ਇਨ ਮੈਮਰੀ। ਕਹਿੰਦਾ ਹੇਠ ਲਿਖਿਆ ਕਿਹੜਾ ਵਰਤਿਆ ਜਾਂਦਾ, ਹੇਠ ਲਿਖਿਆ ਜੋ ਯੂਜ਼ ਟੂ ਰੀਡ ਹੈਂਡ ਰਿਟਨ ਔਰ ਪ੍ਰਿੰਟਡ ਟੈਕਸਟ। ਮੰਨ ਲਓ ਮੈਂ ਕੁਝ ਲਿਖਿਆ ਹੋਇਆ ਜਾਂ ਪ੍ਰਿੰਟਡ ਟੈਕਸਟ ਹੈ, ਉਹਨੂੰ ਡਿਜੀਟਲ ਇਮੇਜ ਦੇ ਵਿੱਚ ਸਟੋਰ ਕਰਨ ਦੇ ਲਈ ਕਿਹੜਾ ਵਰਤਿਆ ਜਾਂਦਾ? ਪ੍ਰਿੰਟਰ ਨਹੀਂ, ਲੇਜ਼ਰ ਬੀਮ ਨਹੀਂ, ਟੱਚ ਪੈਡ ਵੀ ਨਹੀਂ, ਸਕੈਨਰ। ਤਾਂ ਫਿਰ ਇਹਦਾ ਕੀ ਆਨਸਰ ਹੈ? ਸੀ ਆਨਸਰ ਹੈ, ਠੀਕ ਹੈ। ਸੋ ਇਹ ਸੀਗੇ ਚੈਪਟਰ 12ਵੇਂ ਦੇ ਕੁਐਸਚਨ, ਜਿਹਦੇ ਵਿੱਚ ਆਪਾਂ ਪ੍ਰਿੰਟਰ ਤੇ ਕੀਬੋਰਡ ਨੂੰ ਚੰਗੀ ਤਰ੍ਹਾਂ ਥਿਊਰੀ ਵੀ ਪੜ੍ਹੀ ਹੈ ਤੇ ਕੁਐਸਚਨ ਵੀ ਕੀਤੇ ਨੇ, ਠੀਕ ਹੈ। ਤੁਸੀਂ ਧਿਆਨ ਨਾਲ ਕਰਿਓ ਤੇ ਬਾਕੀ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੇਖਾਂਗੇ ਕੰਮ ਅੱਗੇ ਕੀ ਕਰਨਾ। ਪੁਰਾਣੇ ਕੁਐਸਚਨ ਵੀ ਮੈਂ ਕਰਵਾਊਂਗਾ, ਆਪਾਂ ਪੇਪਰ ਵਾਈਜ਼ ਵੀ ਕਰਾਂਗੇ। ਜਿਵੇਂ ਐਕਸਾਈਜ਼ ਦਾ ਪੇਪਰ ਆ ਰਿਹਾ ਉਹਦੇ ਲਈ ਵੀ ਆਪਾਂ ਹੋਰ ਕੁਐਸਚਨ ਵੀ ਕਰਾਵਾਂਗੇ। ਪ੍ਰੀਵੀਅਸ ਈਅਰ ਵੀ ਮੈਂ ਵੀਡੀਓ ਆਪਾਂ ਜਲਦੀ ਲੈ ਕੇ ਆ ਰਿਹਾ। ਥੈਂਕ ਯੂ।